ਆਪਾਂ ਕਈ ਤਰ੍ਹਾਂ ਦੇ ਰਾਈਟਸ ਬਾਰੇ ਜਾਣਦੇ ਹਾਂ। ਕੁਝ ਸ਼ਬਦ ਆਪਾਂ ਸੁਣੇ ਆ ਜਿਵੇਂ ਕਿ ਹਿਊਮਨ ਰਾਈਟਸ, ਨੈਚੁਰਲ ਰਾਈਟਸ ਤੇ ਹੁਣ ਆਹ ਕਨਸਟੀਟਿਊਸ਼ਨ ਦੇ ਵਿੱਚ ਫੰਡਾਮੈਂਟਲ ਰਾਈਟਸ। ਸੋ ਕੀ ਹੈ ਕਨਸੈਪਟ ਫੰਡਾਮੈਂਟਲ ਰਾਈਟਸ ਦਾ? ਇਸ ਤੋਂ ਪਹਿਲਾਂ ਕਿ ਆਪਾਂ ਕੱਲੀ ਪ੍ਰੋਵੀਜ਼ਨ ਦੇਖੀਏ, ਕੁਐਸਚਨਸ ਤੇ ਫੋਕਸ ਕਰੀਏ, ਕਨਸੈਪਟ ਨੂੰ ਸਮਝ ਲੈਂਦੇ ਹਾਂ। ਸੋ ਬੇਸਿਕਲੀ ਕਿਸੇ ਵੀ ਸਰਕਾਰ ਨੇ ਸਾਰੇ ਲੋਕਾਂ ਦੇ ਸਾਰੇ ਹੀ ਹੱਕ ਇਨਸ਼ੋਰ ਕਰ ਦੇਣਾ ਇਹ ਨੀਅਰ ਇੰਪੋਸੀਬਲ ਹੈ। ਔਰ ਖਾਸ ਕਰ ਡਿਵੈਲਪਿੰਗ ਕੰਟਰੀਜ਼ ਜਿੱਥੇ ਇੰਨੇ ਰਿਸੋਰਸਿਸ ਨਹੀਂ ਹਨ ਸਾਡੇ ਕੋਲੇ, ਉੱਥੇ ਲੋਕਾਂ ਦੇ ਸਾਰੇ ਹੱਕ ਜਿਵੇਂ ਕਿ ਹੁਣ ਸਿੱਖਿਆ ਦਾ ਅਧਿਕਾਰ, ਤਾਂ ਇਹ ਵੀ ਇੱਕ ਰਾਈਟ ਹੈ। ਲੇਕਿਨ ਜਦੋਂ ਆਪਾਂ ਆਜ਼ਾਦ ਹੋਏ ਤਾਂ ਸਾਡੇ ਕੋਲ ਇੰਨਾ ਪੈਸਾ ਨਹੀਂ ਸੀਗਾ, ਸਰਕਾਰ ਕੋਲ ਇੰਨਾ ਪੈਸਾ ਨਹੀਂ ਸੀਗਾ ਕਿ ਇੱਕ ਵੱਡੀ ਆਬਾਦੀ ਨੂੰ ਆਪਾਂ ਐਜੂਕੇਸ਼ਨ ਦੇ ਸਕੀਏ। ਕਿਉਂ? ਉਹਦੇ ਵਾਸਤੇ ਫਿਰ ਬਹੁਤ ਸਾਰੇ ਰਿਸੋਰਸਿਸ ਲੱਗਣਗੇ, ਸਕੂਲਸ ਬਣਾਉਣੇ ਪੈਣੇ ਆ, ਟੀਚਿੰਗ ਨॉन ਟੀਚਿੰਗ ਸਟਾਫ ਰੱਖਣਾ ਪੈਣਾ, ਸੜਕ ਬਣਾਉਣੀ ਪੈਣੀ ਹੈ ਸਕੂਲ ਨੂੰ ਲੋਕਾਂ ਦੇ ਘਰਾਂ ਤੋਂ ਜੋੜਨ ਲਈ, ਤਾਂ ਇੰਨਾ ਪੈਸਾ ਨਹੀਂ ਸੀਗਾ। ਤਾਂ ਇਹ ਹੱਕ ਆਪਾਂ ਆਜ਼ਾਦੀ ਵੇਲੇ ਨਹੀਂ ਦੇ ਸਕਦੇ ਸੀਗੇ। ਤਾਂ ਮਤਲਬ ਕਿ ਸਾਰੇ ਲੋਕਾਂ ਦੇ ਸਾਰੇ ਹੱਕ ਇਨਸ਼ੋਰ ਕਰਨ ਵਾਸਤੇ ਬਹੁਤ ਸਾਰੇ ਰਿਸੋਰਸਿਸ ਵੀ ਚਾਹੀਦੇ। ਤਾਂ ਫਿਰ ਆਪਾਂ ਕੀ ਕਰੀਏ? ਤਾਂ ਫਿਰ ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਸਿਆਣਿਆਂ ਨੇ ਸਲਾਹ ਕੀਤੀ, ਯਾਰ ਜੇ ਆਪਾਂ ਸਾਰੇ ਹੱਕ ਨਹੀਂ ਦੇ ਸਕਦੇ, ਘੱਟੋ ਘੱਟ ਕੁਝ ਹੱਕ ਤਾਂ ਆਪਾਂ ਚੁਣੀਏ। ਔਰ ਉਹ ਹੱਕ ਜਿਹੜੇ ਕਿ ਕਿਸੇ ਵੀ ਇੰਡੀਵਿਜੂਅਲ ਨਹੀਂ, ਕਿਸੇ ਵੀ ਇੰਡੀਵਿਜੂਅਲ ਵਿਅਕਤੀ ਦੀ ਫੁੱਲੈਸਟ ਗਰੋਥ ਲਈ, ਉਹ ਭਾਵੇਂ ਉਹਦੀ ਫਿਜ਼ੀਕਲ ਗਰੋਥ ਹੋਵੇ, ਭਾਵੇਂ ਉਹਦੀ ਟੈਂਪੋਰਲ ਗਰੋਥ ਹੋਵੇ, ਭਾਵੇਂ ਉਹਦੀ ਸਪਿਰਿਚੁਅਲ ਗਰੋਥ ਹੋਵੇ, ਜੇ ਉਹਦੇ ਵਾਸਤੇ ਜੋ ਬਹੁਤ ਜ਼ਰੂਰੀ ਹੱਕ ਨੇ ਜਿਨ੍ਹਾਂ ਤੋਂ ਬਗੈਰ ਕੋਈ ਵਿਅਕਤੀ ਆਪਣੀ ਤਰੱਕੀ ਨੂੰ ਨਹੀਂ ਛੋ ਸਕਦਾ, ਘੱਟੋ ਘੱਟ ਆਪਾਂ ਉਹ ਇਨਸ਼ੋਰ ਕਰ ਦਈਏ। ਤਾਂ ਫਿਰ ਹਿਊਮਨ ਰਾਈਟ, ਨੈਚੁਰਲ ਰਾਈਟ ਦੀ ਵੱਡੀ ਸ਼੍ਰੇਣੀ ਤੋਂ ਆਪਾਂ ਕੁਝ ਬਹੁਤ ਅਹਿਮ, ਕੁਝ ਮੂਲਭੂਤ ਅਧਿਕਾਰ ਜਿਨ੍ਹਾਂ ਤੋਂ ਬਿਨਾਂ ਇਨਸਾਨੀ ਤਰੱਕੀ ਆਪਾਂ ਨਹੀਂ ਸੋਚ ਸਕਦੇ, ਉਹਨਾਂ ਨੂੰ ਪਾਰਟ 3 ਫੰਡਾਮੈਂਟਲ ਰਾਈਟਸ ਦੇ ਵਿੱਚ ਐਨਿਊਮਰੇਟ ਕੀਤਾ ਗਿਆ ਤੇ ਇਨਸ਼ੋਰ ਕੀਤਾ ਗਿਆ ਕਿ ਲੋਕਾਂ ਦੇ ਇਹ ਹੱਕ ਬਰਕਰਾਰ ਰਹਿਣਗੇ। ਨਾਲ ਹੀ ਫੰਡਾਮੈਂਟਲ ਰਾਈਟ ਨਾਲ ਇੱਕ ਔਰ ਬੜੀ ਇੰਪੋਰਟੈਂਟ ਚੀਜ਼ ਹੈ ਕਿ ਸਰਕਾਰ ਵੀ, ਭਾਵੇਂ ਉਹ ਸੈਂਟਰ ਦੀ ਸਰਕਾਰ ਹੋਵੇ, ਭਾਵੇਂ ਸਟੇਟ ਦੀ ਸਰਕਾਰ ਹੋਵੇ, ਸਾਡੇ ਇਹ ਹੱਕ ਸਾਡੇ ਤੋਂ ਨਹੀਂ ਖੋ ਸਕਦੀ। ਦੈਨ ਆਬਜੈਕਟਿਵ ਕੀ ਹੈ? ਚਲੋ ਪਹਿਲਾ ਇੱਕ ਪ੍ਰੀ ਦਾ ਕੁਐਸਚਨ ਵੈਸੇ ਆਪਾਂ ਕੱਲ ਡਿਸਕਸ ਕਰ ਚੁੱਕੇ ਸੀਗੇ, ਦੈਟ ਕਨਸੈਪਟ ਕਿੱਥੋਂ ਇਨਸਪਾਇਰਡ ਹੈ? ਕਨਸੈਪਟ ਇਨਸਪਾਇਰਡ ਹੈ ਯੂਐਸਏ ਦੇ ਕਨਸਟੀਟਿਊਸ਼ਨ ਤੋਂ, ਜਿੱਥੇ ਯੂਐਸ ਦੇ ਵਿੱਚ ਇਸ ਤਰ੍ਹਾਂ ਦੇ ਰਾਈਟਸ ਨੂੰ ਕਿਹਾ ਜਾਂਦਾ ਬਿਲ ਆਫ ਰਾਈਟਸ, ਆਪਾਂ ਕਹਿੰਦੇ ਫੰਡਾਮੈਂਟਲ ਰਾਈਟਸ। Then objective है ਇਹਦਾ to establish political democracy. So this can be a direct question ਕਿ ਟੀਚਾ ਕੀ ਹੈ ਫੰਡਾਮੈਂਟਲ ਰਾਈਟਸ ਦੇਣ ਦਾ? ਸੋ ਫੰਡਾਮੈਂਟਲ ਰਾਈਟਸ ਦਾ ਟੀਚਾ ਹੈ ਪੋਲੀਟੀਕਲ ਡੈਮੋਕ੍ਰੇਸੀ ਨੂੰ ਐਸਟੈਬਲਿਸ਼ ਕਰਨਾ। ਸੋਸ਼ੀਓ ਇਕਨੋਮਿਕ ਡੈਮੋਕ੍ਰੇਸੀ ਨਹੀਂ, ਉਹ ਆਪਾਂ DPSP 'ਚ ਦੇਖਾਂਗੇ, ਕਿਉਂਕਿ ਸਾਡੇ ਜਿਹੜੇ ਫੰਡਾਮੈਂਟਲ ਰਾਈਟਸ ਨੇ ਇਹ ਜ਼ਿਆਦਾਤਰ ਬਾਈ ਨੇਚਰ ਪੋਲੀਟੀਕਲ ਟਾਈਪ ਆਫ ਰਾਈਟ ਹੈ, ਜਿਵੇਂ ਫ੍ਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ, ਇਕੁਐਲਿਟੀ, ਇਹ ਪੋਲੀਟੀਕਲ ਨੇਚਰ ਦੇ ਰਾਈਟ ਹਨ। ਦੈਨ ਇੱਕ ਔਰ ਮਾਈਨਰ ਫੈਕਟ ਆਪਾਂ ਕਲੀਅਰ ਕਰ ਲੈਣੇ ਆ ਤੇ ਕੁਝ ਆਬਜੈਕਟਿਵ ਕੁਐਸਚਨ ਵੀ ਇੱਥੋਂ ਤਿਆਰ ਕਰਾਂਗੇ ਕਿ ਡਿਫਰੈਂਸ਼ੀਏਟ ਕਰਨਾ ਹੈ ਫੰਡਾਮੈਂਟਲ ਰਾਈਟਸ ਵਿੱਚੋਂ, ਕਨਸਟੀਟਿਊਸ਼ਨਲ ਰਾਈਟ ਵਿੱਚੋਂ ਤੇ ਸਟੈਟਿਊਟਰੀ ਰਾਈਟ ਵਿੱਚੋਂ। ਆਪਾਂ ਕਿਹਾ ਸੀ ਬਹੁਤ ਸਾਰੀ ਸ਼੍ਰੇਣੀਆਂ ਨੇ, ਬਹੁਤ ਸਾਰੀ ਕੈਟੇਗਰੀ ਹੈ ਰਾਈਟਸ ਦੀ। ਸੋ ਸਿੰਪਲ ਯਾਦ ਰੱਖਣਾ, ਸਿਰਫ ਉਹ ਰਾਈਟਸ ਜਿਹੜੇ ਕਿ ਪਾਰਟ 3 ਆਫ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਦਰਜ ਹਨ, ਉਹਨਾਂ ਨੂੰ ਆਪਾਂ ਕਹਿੰਦੇ ਆ ਫੰਡਾਮੈਂਟਲ ਰਾਈਟਸ। ਤੇ ਕਨਸਟੀਟਿਊਸ਼ਨ ਦੇ ਵਿੱਚ ਪਾਰਟ 3 ਦੇ ਵਿੱਚ ਨਾ ਹੋ ਕੇ ਜੇ ਕਿਸੇ ਔਰ ਪਾਰਟ ਦੇ ਵਿੱਚ ਜਾਂ ਕਨਸਟੀਟਿਊਸ਼ਨ ਦੇ ਵਿੱਚ ਕਿਤੇ ਔਰ ਲਿਖੇ ਹੋਏ ਨੇ ਬਟ ਸਾਨੂੰ ਕਨਸਟੀਟਿਊਸ਼ਨ ਰਾਹੀਂ ਇਨਸ਼ੋਰ ਕੀਤੇ ਜਾਂਦੇ ਨੇ, ਇਹਨਾਂ ਨੂੰ ਕਹਿੰਦੇ ਆ ਕਨਸਟੀਟਿਊਸ਼ਨਲ ਰਾਈਟ। ਕੀ ਐਗਜ਼ਾਮਪਲ ਹੋ ਸਕਦਾ? ਸੋ ਐਗਜ਼ਾਮਪਲ ਹੈ ਜੀ 300A, ਰਾਈਟ ਟੂ ਪ੍ਰੋਪਰਟੀ। ਰਾਈਟ ਟੂ ਪ੍ਰੋਪਰਟੀ ਇਜ਼ ਨਾਟ ਅ ਫੰਡਾਮੈਂਟਲ ਰਾਈਟ ਇਨ ਦਿਸ ਕੰਟਰੀ। ਆਪਾਂ ਗੱਲ ਕਰਾਂਗੇ, ਪਹਿਲਾਂ ਹੁੰਦਾ ਸੀ, ਬਾਅਦ ਚ ਹਟਾ ਦਿੱਤਾ ਗਿਆ। ਸੋ ਇਟਸ ਅ ਕਨਸਟੀਟਿਊਸ਼ਨਲ ਰਾਈਟ। ਨਾਲ ਹੀ freedom of trade and commerce throughout the territory of India, article 301, ਇਹ ਵੀ ਰਾਈਟ ਹੈ ਕਿ ਆਪਾਂ ਇੰਟਰਸਟੇਟ ਟ੍ਰੇਡ ਐਂਡ ਕਾਮਰਸ ਕਰ ਸਕਦੇ ਹਾਂ, ਇਹ ਵੀ ਕਨਸਟੀਟਿਊਸ਼ਨਲ ਰਾਈਟ ਹੈ। ਬਟ ਸਭ ਤੋਂ ਅਹਿਮ ਆਪਾਂ ਯਾਦ ਕੀ ਰੱਖਣਾ ਕੁਐਸਚਨ ਪਰਪਸ ਤੋਂ, that is article 326 and this is right to vote। और ये यूपीएससी और वेरियस स्टेट्स पूछ भी चुके ने कि राइट टू वोट किस तरह का राइट है, कि ये फंडामेंटल राइट है या कॉन्स्टिट्यूशनल राइट है? आंसर इज कॉन्स्टिट्यूशनल लीगल राइट, क्योंकि कॉन्स्टिट्यूशन इज अ लीगल डॉक्यूमेंट। सो ये सानू आर्टिकल 326 कॉन्स्टिट्यूशन दो विचों मिलता है। मैं दोबारा रिपीट करदा, राइट टू वोट फंडामेंटल राइट नहीं है, क्योंकि ये पार्ट 3 दे विच नहीं लिखिया होया। अक्सर जो क्वेश्चन सानू आऊगा ਤੇ ਰਾਈਟ ਟੂ ਵੋਟ ਆਪਾਂ ਨੂੰ ਪੁੱਛਣਗੇ, ਜਾਂ ਫਿਰ ਨਾਰਮਲੀ ਜੋ ਬੰਦਾ ਪ੍ਰੋਪਰ ਸਟੱਡੀ ਨਹੀਂ ਕਰਕੇ ਜਾਂਦਾ ਉਹ ਸੋਚੂਗਾ ਯਾਰ ਡੈਮੋਕ੍ਰੇਸੀ ਹੈ, ਜੇ ਰਾਈਟ ਟੂ ਵੋਟ ਹੀ ਫੰਡਾਮੈਂਟਲ ਰਾਈਟ ਨਾ ਹੋਇਆ ਤਾਂ ਫਿਰ ਕੀ ਮਤਲਬ ਬਣਦਾ ਰਾਈਟਸ ਦਾ? ਬਟ ਦਿਸ ਇਜ਼ ਅ ਟੈਕਨੀਕਲ ਮੈਟਰ। ਜੇ ਪਾਰਟ 3 ਚ ਲਿਖਿਆ ਹੁੰਦਾ ਤਾਂ ਆਪਾਂ ਫੰਡਾਮੈਂਟਲ ਰਾਈਟ ਕਹਿੰਦੇ, ਰਾਈਟ ਟੂ ਵੋਟ ਫੰਡਾਮੈਂਟਲ ਰਾਈਟ ਨਹੀਂ ਹੈ। ਦੈਨ ਸਟੈਟਿਊਟਰੀ ਰਾਈਟ, ਸਟੈਟਿਊਟ ਰਾਹੀਂ ਮਿਲਣ ਵਾਲੇ ਰਾਈਟਸ,
जो भारतीय संसद या फिर स्टेट लेजिस्लेचर कोई कानून बना के सानू राइट दिंदा है ਤਾਂ ਫਿਰ ਇਹਨੂੰ ਆਪਾਂ ਕਹਿੰਦੇ ਸਟੈਟਿਊਟਰੀ ਰਾਈਟ। ਸਟੈਟਿਊਟ ਮੀਨਸ ਐਕਟ, ਲਾਅ। ਸੋ ਇਹਦਾ ਐਗਜ਼ਾਮਪਲ ਕੀ ਹੋ ਸਕਦਾ? ਅਗੇਨ ਵੈਰੀ ਇੰਪੋਰਟੈਂਟ ਫੈਕਟ, ਆਰਟੀਆਈ, ਸੂਚਨਾ ਦਾ ਅਧਿਕਾਰ। ਸੋ ਆਪਾਂ ਨੂੰ ਪਤਾ ਹੈ ਆਰਟੀਆਈ ਐਕਟ 2005 ਰਾਹੀਂ ਸਾਨੂੰ ਇਹ ਰਾਈਟ ਮਿਲਿਆ ਹੈ ਕਿ ਆਪਾਂ ਸਰਕਾਰੀ ਦਫ਼ਤਰਾਂ ਦੀ ਇਨਫੋਰਮੇਸ਼ਨ ਲੀਗਲ ਰਾਈਟ ਦੇ ਤੌਰ ਤੇ ਅਵੇਲ ਕਰ ਸਕਦੇ ਹਾਂ। ਦੈਨ ਇਟ ਇਜ਼ ਨੈਗੇਟਿਵ ਆਬਲੀਗੇਸ਼ਨ ਆਫ ਦ ਸਟੇਟ। ਫੰਡਾਮੈਂਟਲ ਰਾਈਟ ਦੀ ਵਰਡਿੰਗ ਜਿਹੜੀ ਹੈ ਉਹ ਨੈਗੇਟਿਵ ਹੈ। ਇਹ ਸਰਕਾਰ ਨੂੰ ਕੋਈ ਪਾਵਰ ਨਹੀਂ ਦਿੰਦੇ। ਜੇ ਇਕੁਐਲਿਟੀ ਲਿਖੀ ਹੈ ਤਾਂ ਇਹ ਨਹੀਂ ਕਹਿਣਾ ਕਿ ਸਰਕਾਰ ਇਕੁਐਲਿਟੀ ਪ੍ਰੋਵਾਈਡ ਕਰੂਗੀ, ਬਲਕਿ ਇਹ ਲਿਖਿਆ ਹੋਇਆ ਹੈ ਕਿ ਸਰਕਾਰ ਇਕੁਐਲਿਟੀ ਵਾਇਲੇਟ ਨਹੀਂ ਕਰੂਗੀ, ਸਰਕਾਰ ਡਿਸਕ੍ਰਿਮੀਨੇਟ ਨਹੀਂ ਕਰੂਗੀ। ਸੋ ਦਿਸ ਇਜ਼ ਨੈਗੇਟਿਵ ਆਬਲੀਗੇਸ਼ਨ ਆਫ ਦ ਸਟੇਟ ਕਿ ਸਰਕਾਰ ਨੂੰ ਰੋਕਿਆ ਜਾ ਰਿਹਾ ਹੈ ਕਿ ਤੁਸੀਂ ਆਹ ਕੰਮ ਨਹੀਂ ਕਰਨੇ। ਸੋ ਬੇਸਿਕਲੀ ਨੈਗੇਟਿਵ ਆਬਲੀਗੇਸ਼ਨ ਆਫ ਸਟੇਟ। ਸਟੇਟ ਨੂੰ ਕੁਝ ਕਰਨ ਦੀ ਪਾਵਰ ਨਹੀਂ ਦੇ ਰਿਹਾ, ਬਲਕਿ ਸਟੇਟ ਦੀ ਪਾਵਰ ਦੇ ਉੱਤੇ ਰੋਕ ਲਾ ਰਹੇ ਹਾਂ ਕਿ ਤੁਸੀਂ ਆਹ ਚੀਜ਼ਾਂ ਲੋਕਾਂ ਦੀ ਵਾਇਲੇਟ ਨਹੀਂ ਕਰਨੀ। ਦੈਨ ਜਿਵੇਂ ਕਿ ਮੈਂ ਸ਼ੁਰੂਆਤ 'ਚ ਕਿਹਾ ਕਿ ਸਟੇਟ ਸਰਕਾਰ ਸਾਡੇ ਫੰਡਾਮੈਂਟਲ ਰਾਈਟ ਵਾਇਲੇਟ ਨਹੀਂ ਕਰ ਸਕਦੀ, ਵਾਇਲੇਟ ਤਾਂ ਨਹੀਂ ਕਰ ਸਕਦੀ ਬਟ ਰੀਜ਼ਨੇਬਲ ਰਿਸਟ੍ਰਿਕਸ਼ਨਸ ਲਾ ਕੇ ਰੈਗੂਲੇਟ ਕਰ ਸਕਦੀ ਹੈ। ਤੇ ਰੀਜ਼ਨੇਬਲ ਰਿਸਟ੍ਰਿਕਸ਼ਨਸ ਦੇ ਗਰਾਊਂਡ ਫੰਡਾਮੈਂਟਲ ਰਾਈਟ ਦੇ ਪਾਰਟ 3 ਦੇ ਵਿੱਚ ਹੀ ਦਿੱਤੇ ਗਏ ਹਨ। ਆਪਾਂ ਅੱਗੇ ਹਰ ਇੱਕ ਆਰਟੀਕਲ ਨਾਲ ਇਹ ਵੀ ਦੇਖਾਂਗੇ ਕਿ ਕਿਹੜੇ-ਕਿਹੜੇ ਰੀਜ਼ਨੇਬਲ ਰਿਸਟ੍ਰਿਕਸ਼ਨ ਲਾਈ ਜਾ ਸਕਦੀ ਹੈ ਫੰਡਾਮੈਂਟਲ ਰਾਈਟ ਦੀ ਇੰਜੋਇਮੈਂਟ ਦੇ ਉੱਤੇ। ਮੂਵਿੰਗ ਔਨ, ਦੋ ਕੁਐਸਚਨ ਆਪਾਂ ਹੋਰ ਤਿਆਰ ਕਰਨੇ। ਇਸ ਤੋਂ ਪਹਿਲਾਂ ਕਿ ਆਪਾਂ ਆਰਟੀਕਲ ਦਾ ਆਰਟੀਕਲ ਅੱਗੇ ਵਧੀਏ। ਦੈਟ ਫੰਡਾਮੈਂਟਲ ਰਾਈਟਸ ਅਵੇਲੇਬਲ ਓਨਲੀ ਟੂ ਦ ਸਿਟੀਜ਼ਨ। ਹੁਣ ਜਿਹੜੇ ਫੰਡਾਮੈਂਟਲ ਰਾਈਟ ਨੇ ਇਹ तमाम ਲੋਕਾਂ ਨੂੰ ਵੀ ਹਾਸਲ ਨੇ, ਮਤਲਬ ਫੋਰਨਰ ਨੂੰ ਵੀ ਅਵੇਲੇਬਲ ਨੇ, ਲੇਕਿਨ ਆਹ 5 ਆਰਟੀਕਲ, ਆਹ 5 ਫੰਡਾਮੈਂਟਲ ਰਾਈਟ ਸਿਰਫ ਤੇ ਸਿਰਫ ਸਿਟੀਜ਼ਨ ਨੂੰ ਅਵੇਲੇਬਲ ਨੇ। ਡਾਇਰੈਕਟ ਕੁਐਸਚਨ ਯਾਦ ਕਰ ਲੈਣਾ, ਆਰਟੀਕਲ 15, 16, 19, 29, 30। I repeat, ਆਰਟੀਕਲ 15, 16, 19, 29, 30 ਇਹ ਸਿਰਫ ਸਿਟੀਜ਼ਨ ਨੂੰ ਐਜ਼ ਅ ਫੰਡਾਮੈਂਟਲ ਰਾਈਟ ਅਵੇਲੇਬਲ ਹਨ। ਫੋਰਨਰ ਐਜ਼ ਅ ਫੰਡਾਮੈਂਟਲ ਰਾਈਟ ਇਹਨਾਂ ਰਾਈਟਸ ਨੂੰ ਇੱਥੇ ਹਾਸਲ ਨਹੀਂ ਕਰ ਸਕਦਾ। ਇਹਨਾਂ ਦੇ ਵਿੱਚੋਂ ਕੀ ਹੈ ਆਪਾਂ ਅੱਗੇ ਪੜ੍ਹ ਹੀ ਲੈਣਾ। ਦੈਨ ਸਸਪੈਂਸ਼ਨ ਆਫ ਫੰਡਾਮੈਂਟਲ ਰਾਈਟਸ। ਆਪਾਂ ਕਿਹਾ ਸਰਕਾਰ ਖੋ ਨਹੀਂ ਸਕਦੀ, ਲੇਕਿਨ ਕੁਝ ਪਰਿਸਥਿਤੀਆਂ ਦੇ ਵਿੱਚ ਇਹ ਫੰਡਾਮੈਂਟਲ ਰਾਈਟ ਸਸਪੈਂਡ ਹੋ ਸਕਦੇ ਹਨ। ਨਾ ਪਰਿਸਥਿਤੀਆਂ ਕਿਹੜੀਆਂ ਨੇ? ਨੈਸ਼ਨਲ ਐਮਰਜੈਂਸੀ। ਸੋ ਆਰਟੀਕਲ 352 ਦੇ ਵਿੱਚ ਨੈਸ਼ਨਲ ਐਮਰਜੈਂਸੀ ਡਿਕਲੇਅਰ ਕੀਤੀ ਜਾ ਸਕਦੀ ਹੈ ਔਨ ਦ ਗਰਾਊਂਡਸ ਆਫ ਵਾਰ, ਐਕਸਟਰਨਲ ਅਗਰੈਸ਼ਨ ਐਂਡ ਆਰਮਡ ਰਿਬੈਲੀਅਨ। ਇਹਨਾਂ 3 ਗਰਾਊਂਡਸ ਦੇ ਵਿੱਚ। ਸੋ ਆਰਟੀਕਲ 358 ਕਹਿੰਦਾ ਜੇ ਨੈਸ਼ਨਲ ਐਮਰਜੈਂਸੀ ਇੰਪੋਜ਼ ਕੀਤੀ ਗਈ ਹੈ ਔਨ ਦ ਗਰਾਊਂਡਸ ਆਫ ਵਾਰ ਤੇ ਐਕਸਟਰਨਲ ਅਗਰੈਸ਼ਨ, ਸਿਰਫ ਇਹਨਾਂ 2 ਗਰਾਊਂਡਸ ਤੇ, ਤੀਜੇ ਵਾਲੇ ਤੇ ਨਹੀਂ, ਆਰਮਡ ਰਿਬੈਲੀਅਨ ਤੇ ਨਹੀਂ, ਤਾਂ ਫਿਰ ਆਰਟੀਕਲ 19 ਆਟੋਮੈਟਿਕਲੀ ਸਸਪੈਂਡ ਹੋ ਜਾਊਗਾ। ਇਹਦੇ ਵਾਸਤੇ ਕੋਈ ਆਰਡਰ ਕੱਢਣ ਦੀ ਵੀ ਲੋੜ ਨਹੀਂ ਹੈ। ਮੰਨ ਲਓ ਅੱਜ ਪਾਕਿਸਤਾਨ ਨਾਲ ਵਾਰ ਲੱਗ ਜਾਏ, ਖੁਦਾ ਨਾ ਕਰੇ ਲੱਗੇ, ਬਟ ਜੇ ਮੰਨ ਲਓ ਲੱਗ ਜੇ ਤਾਂ ਫਿਰ ਆਰਟੀਕਲ 19 अच्छा वॉर लगन तो बाद नेशनल इमरजेंसी डिक्लेयर जे प्रेसिडेंट साहब कर दें तो आर्टिकल 19 ऑटोमेटिकली सस्पेंडेड है। फ्रीडम ऑफ स्पीच एंड एक्सप्रेशन एंड अदर राइट्स। तो फिर आर्टिकल 359 ये कहता जे नेशनल इमरजेंसी किसी भी ग्राउंड पे लगी है, वॉर, एक्सटर्नल अग्रेशन या आर्म्ड रिबेलियन, तब प्रेसिडेंट साहब सैपरेट ऑर्डर राही, सैपरेट प्रोक्लेमेशन राही किसी भी फंडामेंटल राइट नू सस्पेंड कर सकते हैं। Any or all fundamental rights can be suspended by president separate order, but आर्टिकल 20 ਤੇ 21 ਕਦੇ ਵੀ ਸਸਪੈਂਡ ਨਹੀਂ ਹੋਣਗੇ। ਈਵਨ ਡਿਊਰਿੰਗ ਦ ਨੈਸ਼ਨਲ ਇਮਰਜੈਂਸੀ ਆਰਟੀਕਲ 20 ਤੇ 21 ਸਸਪੈਂਡ ਨਹੀਂ ਹੋਣਗੇ। ਇਹੋ ਜਿਹਾ ਕੀ ਹੈ ਇਹਨਾਂ 2 ਰਾਈਟਸ ਦੇ ਵਿੱਚ ਜੋ ਨੈਸ਼ਨਲ ਇਮਰਜੈਂਸੀ ਦੇ ਦੌਰਾਨ ਵੀ ਸਸਪੈਂਡ ਨਹੀਂ ਹੋ ਰਹੇ? 20 ਕੀ ਆਉਣਾ ਆਪਾਂ ਉਦੋਂ ਸਮਝ ਲਾਂਗੇ। ਸੋ ਹਜੇ ਸਿਰਫ ਨੰਬਰ, ਬਟ ਇਹਨਾਂ ਦੇ ਵਿੱਚ ਕੰਟੈਂਟ ਜਿਹੜਾ ਹੈ ਅੱਗੇ ਆਪਾਂ ਸਮਝਾਂਗੇ। ਨਾਓ ਵੀ ਮੂਵ ਟੂ टाइप्स ऑफ फंडामेंटल राइट्स। सो ये भी कई बारी सीधे क्वेश्चन स्टेट लेवल एग्जामिनेशन दे विच पूछे गए ने कि कितनी तरह के राइट्स ने। सो 6 तरह के राइट, ऑब्जेक्टिव आंसर है 6 तरह के राइट इस वक्त इंडिया दे विच फंडामेंटल राइट की कैटेगरी च आउंदे ने। दैट इज इक्वैलिटी आर्टिकल 14 तो 18, राइट टू फ्रीडम 19 तो 22, राइट अगेंस्ट एक्सप्लॉयटेशन 23-24, राइट टू रिलीजियस फ्रीडम 25 तो 28, कल्चरल एंड एजुकेशनल राइट्स 29-30 आर्टिकल ਤੇ ਨਾਲ ਹੀ ਕਨਸਟੀਟਿਊਸ਼ਨਲ ਰੈਮੇਡੀ ਅੰਡਰ ਆਰਟੀਕਲ 32। ਸੋ ਇਸ ਵਕਤ 6 ਤਰ੍ਹਾਂ ਦੇ ਰਾਈਟਸ ਨੇ, ਬਟ ओरिजिनल ਕਨਸਟੀਟਿਊਸ਼ਨ ਦੇ ਵਿੱਚ 7 ਤਰ੍ਹਾਂ ਦੇ ਰਾਈਟਸ ਦਿੱਤੇ ਗਏ ਹਨ। ਸੋ ਇਹ ਕਿਹੜਾ ਰਾਈਟ ਹੁਣ ਨਹੀਂ ਹੈ? ਸੋ ਰਾਈਟ ਟੂ ਪ੍ਰਾਪਰਟੀ। ਰਾਈਟ ਟੂ ਪ੍ਰਾਪਰਟੀ ਆਰਟੀਕਲ 19(1)(f) ਦੇ ਵਿੱਚ ਤੇ 31 ਦੇ ਵਿੱਚ ਦਿੱਤਾ ਗਿਆ ਸੀਗਾ, ਬਟ 44ਵੀਂ ਅਮੈਂਡਮੈਂਟ 1978 ਰਾਹੀਂ
ਇਸ ਫੰਡਾਮੈਂਟਲ ਰਾਈਟ ਨੂੰ ਪਾਰਟ 3 ਚੋਂ ਕੱਢ ਕੇ ਆਰਟੀਕਲ 300A ਦੇ ਵਿੱਚ ਪਾ ਦਿੱਤਾ ਗਿਆ। ਸੋ ਅੱਜ ਇਹ ਫੰਡਾਮੈਂਟਲ ਰਾਈਟ ਨਾ ਹੋ ਕੇ ਸਾਡਾ ਕਨਸਟੀਟਿਊਸ਼ਨਲ ਰਾਈਟ ਹੈ।